ਪ੍ਰਾਕਥਨ। ਇਹ ਸੁਣ ਕੇ ਸੁਤੇ ਹੀ ਪ੍ਰਸ਼ਨ ਹੁੰਦਾ ਹੈ ਕਿ ਹੁਕਮ ਜੋ ਆਪਨੇ ਦੱਸਿਆ ਹੈ ਕੀ ਵਸਤੂ ਹੈ। ਉੱਤਰ ਦਿੰਦੇ ਹਨ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਅਕਥ ਪਰਮਾਤਮਾ ਦਾ ਹੁਕਮ ਕਥਨ ਨਹੀਂ ਕੀਤਾ ਜਾ ਸਕਦਾ, ਪਰ ਉਸ ਦਾ ਕਰਤੱਵ ਪ੍ਰਤੱਖ ਹੈ ਕਿ ਉਸ ਦੇ ਹੁਕਮ ਨਾਲ ਆਕਾਰ ਅਰਥਾਤ ਨਾ ਦਿਸਣ ਵਾਲੇ ਤੇ ਦਿਸਣ ਵਾਲੇ, ਸੂਰਤਾਂ ਵਾਲੇ ਪਦਾਰਥ ਤੇ ਇਹ ਸੂਰਤ ਵਾਲਾ ਜਗਤ ਰਚੇ ਜਾਂਦੇ ਹਨ। ਹੁਕਮੀ ਹੋਵਨ ਜੀਵ, ਹੁਕਮ ਮਿਲੈ ਵਡਿਆਈ। ਫਿਰ ਇਸ ਜਗਤ ਵਿੱਚ ਰਹਿਣ ਵਾਲੇ ਤੇ ਪਦਾਰਥਾਂ ਨੂੰ ਮੰਨਣ ਵਾਲੇ ਜੀਵ ਵੀ ਹੁਕਮ ਨਾਲ ਹੀ ਰਚੇ ਜਾਂਦੇ ਹਨ। ਉਸੇ ਦੇ ਹੁਕਮ ਨਾਲ ਜੀਵਾਂ ਨੂੰ ਵਡਿਆਈ ਮਿਲਦੀ ਹੈ। ਹੁਕਮੀ ਉੱਤਮ ਨੀਚ, ਹੁਕਮ ਲੇਖ ਦੁਖ ਸੁਖ ਪਾਈਐ ਹੈ। ਹੁਕਮ ਨਾਲ ਹੀ ਮਨੁੱਖ ਉੱਤਮ ਤੇ ਨੀਚ ਹਨ। ਹੁਕਮ ਦੁਆਰਾ ਲਿਖੇ ਗਏ ਲੇਖਾਂ ਅਨੁਸਾਰ ਦੁੱਖ ਤੇ ਸੁਖ ਪਾਈਦਾ ਹੈ। ਇਕ ਨਾ ਹੁਕਮੀ ਬਖਸ਼ੀਸ, ਇਕ ਹੁਕਮੀ ਸਦਾ ਭਵਾਈਐ ਹੈ। ਇਕਨਾਂ ਨੂੰ ਤਾਂ ਹੁਕਮ ਨਾਲ ਬਖਸ਼ਿਸ਼ ਪ੍ਰਾਪਤ ਹੁੰਦੀ ਹੈ ਤੇ ਇੱਕ ਹੁਕਮ ਨਾਲ ਸਦਾ ਜਨਮ ਮਰਨ ਦੇ ਚੱਕਰ ਵਿੱਚ ਭਵਾਏ ਜਾਂਦੇ ਹਨ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਇ। ਸਭ ਕੋਈ ਹੁਕਮ ਦੇ ਵਿੱਚ ਹੈ, ਹੁਕਮ ਤੋਂ ਬਾਹਰ ਕੋਈ ਨਹੀਂ ਹੈ। ਨਾਨਕ ਹੁਕਮੈ ਜੇ ਬੁੱਝੈ, ਤਾ ਹਉਮੈ ਕਹੈ ਨਾ ਕੋਇ। ਜੇ ਉਸ ਦੇ ਹੁਕਮ ਨੂੰ ਕੋਈ ਸਮਝ ਲਵੇ ਤਾਂ ਹੇ ਨਾਨਕ ਫਿਰ ਉਹ ਹਉਮੈ ਦਾ ਨਾਉ ਨਾ ਲਵੇਗਾ, ਅਰਥਾਤ ਉਸ ਦੀ ਹਉ ਟੁੱਟ ਜਾਏਗੀ। ਇਹ ਹਉ ਹੀ ਕੂੜੀ ਪਾਲ ਹੈ ਜੋ ਸਾਨੂੰ ਸਚਿਆਰ ਨਹੀਂ ਬਣਨ ਦਿੰਦੀ। ਹਉ ਟੁੱਟੀ ਤਾਂ ਸਚਿਆਰ ਹੋ ਗਿਆ। ਵਿਆਖਿਆ। ਪਿਛਲੀ ਪੌੜੀ ਵਿੱਚ ਕਥੇ ਹੁਕਮ ਦੀ ਇਸ ਪੌੜੀ ਵਿੱਚ ਕੁਝ ਵਿਆਖਿਆ ਦੱਸੀ ਹੈ। ਪਹਿਲਾਂ ਤਾਂ ਦੱਸਦੇ ਹਨ ਕਿ ਹੁਕਮ ਅਕਥ ਹੈ, ਕਿਉਂਕਿ ਹੁਕਮ ਉਸ ਦੇ ਆਪਣੇ ਸਰੂਪ ਤੋਂ ਵੱਖਰੀ ਵਸਤੂ ਨਹੀਂ। ਜਿਵੇਂ ਹੁਕਮੀ ਸਾਡੀ ਸਮਝ ਤੋਂ ਪਰੇ ਹੈ, ਉਸ ਨੂੰ ਅਸੀਂ ਵਰਣਨ ਨਹੀਂ ਕਰ ਸਕਦੇ, ਤਿਵੇਂ ਅਸੀਂ ਹੁਕਮ ਦਾ ਵਰਣਨ ਵੀ ਨਹੀਂ ਕਰ ਸਕਦੇ। ਪਰ ਉਸ ਹੁਕਮ ਦੁਆਰਾ ਜੋ ਕੁਝ ਹੋ ਰਿਹਾ ਹੈ ਉਸ ਦਾ ਕੁਝ ਜ਼ਿਕਰ ਕਰਦੇ ਹਨ। ਹੁਕਮੀ ਨਿਰਆਕਾਰ ਹੈ, ਪਰ ਜਿਤਨੇ ਦ੍ਰਿਸ਼ ਜਾਂ ਅਦ੍ਰਿਸ਼ ਆਕਾਰ ਹਨ ਸਭ ਉਸ ਦੇ ਹੁਕਮ ਦੁਆਰਾ ਹੋਏ ਨੇ। ਫਿਰ ਜੀਵਾਂ ਦੀਆਂ ਅਨੇਕ ਸ਼੍ਰੇਣੀਆਂ ਹਨ, ਕੋਈ ਨੀਵੀਆਂ ਕੋਈ ਉੱਚੀਆਂ। ਜਿਵੇਂ ਬਨਸਪਤੀ ਜੀਵਨ ਰੌ ਵਿੱਚ ਘਟੀਆ ਹੈ ਤੇ ਮਨੁੱਖ ਸਭ ਤੋਂ ਵਧੀਆ ਹੈ, ਸੋ ਇਹ ਵਡਿਆਈ ਤੇ ਛੁਟਿਆਈ ਹੁਕਮ ਦੁਆਰਾ ਹੋਈ ਹੈ। ਫਿਰ ਮਨੁੱਖ ਸ਼੍ਰੇਣੀ ਵਿੱਚ ਕੋਈ ਉੱਤਮ ਹਨ, ਕੋਈ ਨੀਵੇਂ ਹਨ, ਇਹ ਵੀ ਹੁਕਮ ਦੁਆਰਾ ਹੈ। ਅਸੀਂ ਜੋ ਮਨੁੱਖੀ ਸਰੀਰ ਵਿੱਚ ਦੁੱਖ ਸੁੱਖ ਪਾ ਰਹੇ ਹਾਂ ਉਹ ਸਾਡੇ ਕੀਤੇ ਕਰਮਾਂ ਅਨੁਸਾਰ ਹੁਕਮ ਨੇ ਹੀ ਲੇਖ ਲਿਖੇ ਹਨ। ਹੁਕਮ ਦੁਆਰਾ ਹੀ ਸਦਾ ਜਨਮ ਮਰਨ ਦੇ ਗੇੜ ਵਿੱਚ ਭਵਾਈਦਾ ਹੈ ਤੇ ਹੁਕਮ ਦੁਆਰਾ ਹੀ ਬਖਸ਼ਿਸ਼ ਦਾ ਦਰ ਪ੍ਰਾਪਤ ਹੁੰਦਾ ਹੈ। ਹੁਕਮ ਇਤਨਾ ਬਲਵਾਨ ਹੈ ਕਿ ਸਾਰੇ ਉਸ ਹੁਕਮ ਦੇ ਹੇਠਾਂ ਹਨ, ਕੋਈ ਉਸ ਤੋਂ ਬਾਹਰ ਨਹੀਂ। ਜੈਸਾ ਕਿ ਧਰਤੀ, ਚੰਦ, ਸੂਰ, ਸਿਆਰੇ, ਸਿਤਾਰੇ ਸਭ ਰਚਨਾ ਹੁਕਮ ਵਿੱਚ ਤੁਰ ਰਹੀ ਹੈ, ਕੋਈ ਹੁਕਮ ਵਿਰੁੱਧ ਨਹੀਂ ਤੁਰ ਸਕਦਾ। ਫਿਰ ਦੱਸਦੇ ਹਨ ਕਿ ਜੇ ਕੋਈ ਮਨੁੱਖ ਹੁਕਮ ਨੂੰ ਬੁੱਝ ਲਵੇ ਤਾਂ ਫਿਰ ਉਹ ਹਉਮੈ ਨਹੀਂ ਕਹੇਗਾ, ਭਾਵ ਉਸ ਦੀ ਹਉਮੈ ਦੂਰ ਹੋ ਜਾਵੇਗੀ। ਹੁਕਮ ਬੁੱਝਣ ਨਾਲ ਹਉ ਟੁੱਟਦੀ ਹੈ। ਹਉ ਹੀ ਕੂੜੀ ਦੀ ਪਾਲ ਹੈ, ਸੋ ਹੁਕਮ ਦਾ ਪਛਾਣੂ ਪਾਲ ਟੁੱਟਣ ਤੇ ਵਿਸਮਾਦ ਵਿੱਚ ਅਪੜਦਾ ਹੈ। ਹੁਕਮ ਵਿਸਮਾਦ ਹੁਕਮ ਪਛਾਣੈ, ਜੀ ਜੁਗਤ ਸਚ ਜਾਣੈ ਸੋਈ। ਗੁਰਬਾਣੀ ਵਿੱਚ ਇੱਕ ਪਾਸੇ ਹੁਕਮ ਦਾ ਜ਼ਿਕਰ ਹੈ, ਦੂਜੇ ਪਾਸੇ ਕਰਮ ਦਾ ਜ਼ਿਕਰ ਹੈ। ਇਹਨਾਂ ਦੋਹਾਂ ਦਾ ਸਮਾਧਾਨ ਗੁਰਬਾਣੀ ਤੋਂ ਇਉਂ ਕੁਛ ਖੁੱਲ੍ਹਦਾ ਹੈ। ਜੀਵ ਮਿੱਤ ਵਿੱਚ ਹਨ, ਹੁਕਮੀ ਅਮਿੱਤ ਹੈ। ਜੀਵ ਦੇਸ਼ ਕਾਲ ਵਸਤੂ ਨਾਲ ਬੱਝੇ ਹੋਏ ਹਨ, ਇਹਨਾਂ ਦਾ ਹੁਕਮ ਦੇਸ਼ ਕਾਲ ਵਾਲਾ ਹੈ। ਸਤ ਸਰੂਪ ਦੇਸ਼ ਕਾਲ ਆਦਿ ਤੋਂ ਪਰੇ ਹੈ, ਉਸ ਦਾ ਹੁਕਮ ਵੀ ਪਰੇ ਹੈ। ਹੁਕਮ ਸਤ ਸਰੂਪ ਨਾਲ ਸਤ ਸਰੂਪ ਹੈ। ਜਿਸ ਤਰ੍ਹਾਂ ਸੱਚੇ ਤੇਰੇ ਕਰਨੇ ਸਰਬ ਵਿਚਾਰ,
ਸੱਚਾ ਤੇਰਾ ਹੁਕਮ ਸੱਚਾ ਫੁਰਮਾਨ, ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ। ਭਾਵ ਹੈ ਕਿ ਆਪ ਸਤ ਹੈ, ਹੁਕਮ ਵੀ ਸਤ ਹੈ। ਆਪ ਅਕਥ ਹੈ, ਹੁਕਮ ਵੀ ਅਕਥ ਹੈ। ਸੋ ਸਤ ਸਰੂਪ ਆਪ ਅਕਥ ਹੈ, ਇਸ ਕਰਕੇ ਉਸ ਦਾ ਹੁਕਮ ਵੀ ਕਹਿਆ ਨਹੀਂ ਜਾ ਸਕਦਾ। ਜਿਸ ਤਰ੍ਹਾਂ ਹੁਕਮ ਨਾ ਜਾਪੀ ਕੇਤੜਾ, ਹੁਕਮ ਨਾ ਕਹਿਆ ਜਾਈ। ਜੀਵ ਸ਼੍ਰੇਣੀ ਦੇ ਹੁਕਮ ਨੂੰ ਸਤ ਸਰੂਪ ਦੇ ਹੁਕਮ ਦੀ ਤੁਲਤਾ ਦੇ ਕੇ ਇਹ ਆਖ ਦੇਣਾ ਕਿ ਪਰਮਾਤਮ ਦੇਵ ਵਿੱਚ ਜੇ ਹੁਕਮ ਮੰਨੀਏ ਤਾਂ ਉਹ ਪਰਿਣਾਮੀ ਹੋ ਜਾਏਗਾ, ਠੀਕ ਨਹੀਂ। ਕਿਉਂਕਿ ਉਸ ਦਾ ਸਰੂਪ, ਉਸ ਦੀ ਚੇਤਨਾ, ਉਸ ਦਾ ਹੁਕਮ ਤੇ ਵਿਚਾਰ ਜੋ ਕੁਛ ਵੀ ਕਹੋ ਦੇਸ਼ ਕਾਲ ਤੋਂ ਪਰੇ ਹੈ ਤੇ ਇਨਸਾਨੀ ਸਮਝ ਤੋਂ ਅਗੰਮ ਹੈ। ਤਾਂ ਤੇ ਇਨਸਾਨ ਦਾ ਹੁਕਮ ਅਨੰਤ ਦੇ ਹੁਕਮ ਦੀ ਸਦਰਸ਼ਤਾ ਨਹੀਂ ਰੱਖਦਾ। ਇਹ ਹੁਕਮ ਅੰਤ ਵਾਲਾ ਹੈ, ਉਹ ਹੁਕਮ ਅਨੰਤ ਹੈ। ਕਿਉਂਕਿ ਹੁਕਮ ਅਨੰਤ ਦੀ ਆਪਣੀ ਚੇਤਨਾ ਹੈ, ਕੋਈ ਵੱਖਰੀ ਵਸਤੂ ਨਹੀਂ। ਤਾਂ ਤੇ ਉਹ ਆਪਣੇ ਹੁਕਮ ਨਾਲ ਪਰਿਣਾਮੀ ਨਹੀਂ ਹੁੰਦਾ। ਹੁਕਮ ਨੂੰ ਇਸ ਤਰ੍ਹਾਂ ਅਕਥ ਦੱਸ ਕੇ ਇਸ ਪੌੜੀ ਵਿੱਚ ਫਿਰ ਉਸ ਹੁਕਮ ਦੇ ਕਰਤੱਵ ਦੱਸੇ ਹਨ। ਫਿਰ ਹੁਕਮ ਸਭ ਤੇ ਹਾਵੀ ਦੱਸਿਆ ਹੈ। ਗੁਰਬਾਣੀ ਵਿੱਚ ਜਗ੍ਹਾ ਜਗ੍ਹਾ ਹੁਕਮ ਦਾ ਜ਼ਿਕਰ ਆਉਂਦਾ ਹੈ, ਪਰ ਨਾਲ ਹੀ ਕਰਮ ਦਾ ਵੀ ਜ਼ਿਕਰ ਆਉਂਦਾ ਹੈ। ਉਂਝ ਸਰਸਰੀ ਨਜ਼ਰੇ ਜਾਪਦਾ ਹੈ, ਜੇ ਹੁਕਮ ਹੈ ਤਾਂ ਕਰਮ ਨਹੀਂ, ਜੇ ਕਰਮ ਹੈ ਤਾਂ ਹੁਕਮ ਦਾ ਕਿਹੜਾ ਥਾਉ। ਪਰ ਗੁਰਬਾਣੀ ਦੇ ਪਰ ਅਪਰ ਵਿਚਾਰ ਕੇ ਤੱਕੀਏ ਤਾਂ ਗੁਰੂ ਜੀ ਨੇ ਹੁਕਮੀ ਤੇ ਹੁਕਮ ਦਾ ਧਰੋਆ ਬੰਨ ਕੇ ਫੇਰ ਕਰਮਾਂ ਨੂੰ ਵੀ ਲਿਆ ਹੈ। ਜਿਸ ਤਰ੍ਹਾਂ ਕਰਮਾਂ ਉੱਪਰ ਨਿਬੜੈ ਜੇ ਲੋਚੈ ਸਭ ਕੋਇ, ਦੱਦੈ ਦੋਸ ਨਾ ਦੇਉ ਕਿਸੈ, ਦੋਸ ਕਰਮਾਂ ਆਪਣਿਆ। ਪਰ ਗੁਰੂ ਜੀ ਨੇ ਕਰਮ ਨੂੰ ਅਟੁੱਟ ਨਹੀਂ ਮੰਨਿਆ। ਜੈਸਾ ਕਿ ਪੰਜਵੇਂ ਸਤਿਗੁਰਾਂ ਨੇ ਫਰਮਾਇਆ ਹੈ, ਜਬ ਕਛ ਨਾ ਸੀਓ ਤਬ ਕਿਆ ਕਰਤਾ, ਕਵਨ ਕਰਮ ਕਰ ਆਇਆ। ਕਬੀਰ ਜੀ ਨੇ ਕਿਹਾ ਹੈ, ਕਰਮ ਬਦ ਤੁਮ ਜੀਓ ਕਹਿਤ ਹੋ, ਕਰਮ ਹੈ ਕਿਨ ਜੀਓ ਦੀਨ ਰੇ। ਅਰਥਾਤ ਕਰਮ ਜੀਵ ਦੇਹ ਧਾਰ ਕੇ ਕਰਦਾ ਹੈ। ਸੋ ਕਰਮਾਂ ਦਾ ਆਦ ਹੋ ਗਿਆ, ਜਿਸ ਦਾ ਆਦ ਹੈ ਉਸ ਦਾ ਅੰਤ ਵੀ ਹੁੰਦਾ ਹੈ। ਇਉਂ ਕਰਮ ਮੰਨਿਆ ਹੈ, ਪਰ ਉਸ ਨੂੰ ਅਟੁੱਟ ਨਾ ਮੰਨਿਆ। ਗੁਰੂ ਜੀ ਦੇ ਸਮੇਂ ਤੋਂ ਪਹਿਲੋਂ ਹਿੰਦ ਦੇ ਪੁਰਾਤਨ ਮੁੱਖ ਧਰਮਾਂ ਵਿੱਚ ਕਰਮ ਅਟੁੱਟ ਹੈ, ਕਰਮ ਸਬਲ ਹੈ। ਕੀਤੇ ਦਾ ਫਲ ਕਰਮ ਦੀ ਲਪੇਟ ਆਪੇ ਦਿੰਦੀ ਹੈ, ਕਿਸੇ ਹੋਰ ਦੀ ਲੋੜ ਨਹੀਂ। ਜੇ ਕਰਮ ਨੂੰ ਜਾਚੇ ਤੋਲੇ ਤੇ ਫਲ ਦੇਵੇ ਜਾਂ ਕਰਮ ਦੀ ਸਬਲਤਾ ਵਧਾਵੇ ਘਟਾਵੇ, ਕਿੰਨਾ ਹਾਲਤਾਂ ਵਿੱਚ ਕਰਮ ਹੋਏ ਹਨ ਇਹਨਾਂ ਦੀ ਵਿਚਾਰ ਕਰੇ। ਨੀਅਤ ਤੇ ਕਰਮ ਦਾ ਕਿੰਨਾ ਕੋ ਪਰਸਪਰ ਅਸਰ ਹੈ, ਕੋਈ ਥਾਂ ਬਖਸ਼ਿਸ਼ ਦੀ ਵੀ ਹੈ ਕਿ ਨਹੀਂ। ਇਹ ਸਾਰਾ ਇਨਸਾਫ ਨੂੰ ਇਨਸਾਫ ਰੱਖਣ ਵਾਲਾ ਪਹਿਲੂ ਤੇ ਨਾਲ ਹੀ ਬਖਸ਼ਿਸ਼ ਦਾ ਪਹਿਲੂ ਕਰਮ ਦੇ ਫਲਸਫੇ ਵਿੱਚੋਂ ਲਗਭਗ ਉੱਡ ਚੁੱਕੇ ਹਨ। ਕਰਮ ਅਟੁੱਟ ਮੰਨਿਆ ਜਾਂਦਾ ਸੀ। ਗੁਰੂ ਜੀ ਨੇ ਹੁਕਮ ਤੇ ਹੁਕਮੀ ਦਾ ਪਹਿਲੂ ਨਿਰੂਪਣ ਕਰਕੇ ਦੱਸਿਆ ਕਿ ਕਰਮ ਫਲ ਦਿੰਦਾ ਹੈ, ਪਰ ਸਿਰ ਤੇ ਫਲ ਪ੍ਰਦਾਤਾ ਹੈ। ਜੋ ਆਪਣੀ ਅੰਤਰਜਾਮਤਾ ਵਿੱਚ ਕਰਮ ਨੂੰ ਤੋਲਦਾ, ਜਾਚਦਾ, ਪੜਤਾਲਦਾ, ਛਾਣਦਾ, ਪੁਣਦਾ ਹੈ ਤੇ ਆਪਣੇ ਹੁਕਮ ਨਾਲ ਫਲ ਦਿੰਦਾ ਹੈ। ਹੁਕਮ ਚਲਾਏ ਆਪਣੇ ਕਰਮੀ ਵਹਿ ਕਲਾਮ। ਕਰਮਾਂ ਅਨੁਸਾਰ ਕਲਮ ਵਹਿੰਦੀ ਹੈ, ਪਰ ਹੁਕਮ ਉਸ ਨੂੰ ਤੋਰਦਾ ਹੈ। ਇਸ ਲਈ ਆਪ ਨੇ ਫਰਮਾਇਆ ਕਿ ਕਰਮ ਅਟੁੱਟ ਤੇ ਅਮਿੱਟ ਨਹੀਂ, ਪਰ ਕੀਤੇ ਕਰਮਾਂ ਅਨੁਸਾਰ ਹੁਕਮੀ ਦੇ ਲਿਖੇ ਲੇਖ ਅਮਿੱਟ ਹਨ। ਲੇਖ ਨਾ ਮਿਟਈ ਹੈ ਸਖੀ, ਜੋ ਲਿਖਿਆ ਕਰਤਾਰ। ਜੀਵ ਦੇ ਆਪਣੇ ਕਰਮਾਂ ਵਿੱਚ ਨਿਰਾ ਹੁਕਮ ਹੀ ਚੱਲ ਰਿਹਾ ਮੰਨਿਆ ਜਾਏ ਤਾਂ ਜੀਵ ਦੀ ਇਖਲਾਕੀ ਜ਼ਿੰਮੇਵਾਰੀ ਕੋਈ ਨਹੀਂ ਰਹਿੰਦੀ। ਪਰ ਹਰ ਜੀਵ ਦੇ ਅੰਦਰ ਇਖਲਾਕੀ ਨੁਕਤਾ ਮੌਜੂਦ ਹੈ, ਜੋ ਦਲੀਲ ਹੈ ਇਨਸਾਨ ਦੀ ਇਖਲਾਕੀ ਜ਼ਿੰਮੇਵਾਰੀ ਦੀ। ਫਿਰ ਜੀਵ ਵਿੱਚ ਬੁੱਧੀ ਹੈ, ਚੋਣ ਦੀ ਸੁਤੰਤਰਤਾ ਹੈ। ਚੋਣ ਦੀ ਸੁਤੰਤਰਤਾ ਵੀ ਜ਼ਿੰਮੇਵਾਰੀ ਦੀ ਦਲੀਲ ਹੈ। ਜੇ ਨਿਰਾ ਕਰਮ ਮੰਨੀਏ ਤੇ ਉਸ ਨੂੰ ਸੁਤੰਤਰ ਫਲ ਪ੍ਰਦਾਤਾ ਮੰਨੀਏ ਤਾਂ ਕਰਤਾ ਪੁਰਖ ਦੀ ਹੋਂਦ ਤੋਂ ਮਨ ਉਟਕ ਜਾਂਦਾ ਹੈ ਤੇ ਫਲ ਹੁੰਦਾ ਹੈ ਨਿਰਾਸਤਾ।
ਫਿਰ ਕਰਮ ਦੇਹ ਧਾਰ ਕੇ ਕੀਤੇ ਉਹ ਅਟੁੱਟ ਹੋ ਨਹੀਂ ਸਕਦੇ। ਨਿਰੇ ਕਰਮ ਦੀ ਮਸਲਾ ਬਾਜੀ ਨਿਰਾਸਤਾ ਵਿੱਚ ਲੈ ਗਈ ਤੇ ਨਿਤਾਣਿਆ ਕਰ ਗਈ। ਇਨਸਾਨ ਦੀ ਤਬੀਅਤ ਭੁੱਲਣਹਾਰ ਹੈ। ਕਰਮ ਸਾਰੇ ਸ਼ੁੱਧ ਨਹੀਂ ਹੋ ਸਕਦੇ। ਇੱਕ ਵਾਰੀ ਜੋ ਟਿੰਡਾਂ ਦਾ ਗੇੜ ਚੱਲਿਆ ਅਮੁੱਕ ਹੋ ਗਿਆ। ਇਉਂ ਬੇਵਸੀ ਲੱਖ ਕੇ ਦਿਲ ਵਿੱਚ ਨਿਰਾਸਤਾ ਆਈ ਤੇ ਨਿਰਾਸਤਾ ਤੋਂ ਨਿਤਾਣ ਪੁਣਾ। ਜਦ ਗੁਰੂ ਜੀ ਨੇ ਹੁਕਮੀ ਦੀ ਪੂਜਾ ਸਿਖਾਈ ਤੇ ਕਰਮ ਦੇ ਸਿਰ ਹੁਕਮੀ ਦੀ ਵਿਚਾਰ ਦੀ ਕਸਵੱਟੀ ਤੇ ਉਸ ਦੀ ਸਬਲਤਾ ਦਾ ਜ਼ੋਰ ਕਰਮ ਨੂੰ ਕੱਟ ਸਕਣ ਦਾ ਦੱਸਿਆ, ਤਾਂ ਮਨ ਨਿਰਾਸ਼ਾ ਵਿੱਚੋਂ ਨਿਕਲ ਗਏ ਤੇ ਚੜ੍ਹਦੀਆਂ ਕਲਾਂ ਵਿੱਚ ਚਲੇ ਗਏ। ਜਿਸ ਤਰ੍ਹਾਂ ਜਿਨੀ ਪਛਾਤਾ ਹੁਕਮ ਤਿਨ ਕਦੇ ਨਾ ਰੋਵਣਾ। ਨਿਰਾਸ਼ਾ ਭਰੀ ਕਰਮ ਦੀ ਟੇਕ ਤੋਂ ਉੱਠ ਕੇ ਆਸਾ ਭਰੀ ਟੇਕ ਹੁਕਮੀ ਤੇ ਚਲੀ ਗਈ। ਆਸਾ ਵੱਜਣ ਨਾਲ ਮਨ ਤੇ ਸਰੀਰ ਵਿੱਚ ਬਲ ਭਰ ਗਿਆ। ਪ੍ਰਤੱਖ ਫਲ ਗੁਰੂ ਕੇ ਸਿੱਖਾਂ ਦੇ ਉਦਮੀ ਜੀਵਨਾਂ ਵਿੱਚ ਤੇ ਅਮਲੀ ਕਾਰਨਾਮਿਆਂ ਵਿੱਚ ਜਗਤ ਨੇ ਦੇਖ ਲਿਆ। ਇਹ ਵਿਚਾਰ ਠੀਕ ਨਹੀਂ ਕਿ ਜੇ ਰੱਬ ਨਿਆਇਕਾਰੀ ਹੈ ਤਾਂ ਰਹਿਮ ਨਹੀਂ ਕਰ ਸਕਦਾ। ਇਹ ਕਹਿਣ ਵੇਲੇ ਅਸੀਂ ਆਪਣੇ ਪਰਿਣਾਮੀ ਰਹਿਮ ਤੇ ਅਦਲ ਦੀ ਸੋਚਦੇ ਹਾਂ। ਅਮਿਤ ਤੇ ਸਬਲ ਦੇ ਰਹਿਮ ਤੇ ਨਿਆਂ ਨੂੰ ਤੇ ਉਸ ਦੀ ਅਨੰਤ ਵਿਚਾਰਧਾਰਾ ਨੂੰ ਅਸੀਂ ਆਪਣੀ ਸੋਚ ਵਿੱਚ ਨਹੀਂ ਲਿਆਉਂਦੇ। ਅਨੰਤ ਤੇ ਅਸੀਮਾ ਤੇ ਸਰਬ ਸ਼ਕਤੀਮਾਨ ਨੂੰ ਆਪਣੇ ਕਿਆਸਾਂ ਨਾਲ ਅੰਤ ਤੇ ਸੀਮਾ ਵਿੱਚ ਲਿਆ ਕੇ ਉਸ ਦੀ ਸ਼ਕਤੀ ਨੂੰ ਬੰਨ੍ਹ ਦਿੰਦੇ ਹਾਂ। ਫਿਰ ਅਸੀਂ ਆਪਣੇ ਅਦਲ ਤੇ ਇਨਸਾਫ ਨੂੰ ਵੀ ਭੁੱਲ ਜਾਂਦੇ ਹਾਂ। ਵੱਡੀ ਤੋਂ ਵੱਡੀ ਅਦਾਲਤ ਦੇ ਸਿਰ ਤੇ ਰਾਜ ਦੇ ਪ੍ਰਧਾਨ ਪੁਰਖ ਰਾਜਾ ਆਦਿ ਨੂੰ ਰਹਿਮ ਕਰਨ ਦਾ ਵਸੀਕਾਰ ਹੈ, ਜੋ ਹਾਈ ਕੋਰਟਾਂ ਦੇ ਦੰਡਿਆਂ ਨੂੰ ਵੀ ਬਖਸ਼ ਸਕਦਾ ਹੈ। ਸਰਬ ਸ਼ਕਤੀਮਾਨ ਦੀ ਸਰਬ ਸ਼ਕਤੀਮਾਨਤਾ ਕੀ ਹੋਈ ਜੇ ਉਹ ਆਪਣੇ ਅਨੰਤ ਰਹਿਮ ਵਿੱਚ ਬਖਸ਼ਿਸ਼ ਨਹੀਂ ਕਰ ਸਕਦਾ। ਫਿਰ ਉਸ ਉੱਤੇ ਅਸੀਂ ਹੱਦਬੰਦੀ ਵਾਲੇ ਹੱਦ ਲਾਉਂਦੇ ਹਾਂ ਕਿ ਉਹ ਨਹੀਂ ਜੇ ਬਖਸ਼ ਸਕਦਾ। ਗੁਰੂ ਜੀ ਨੇ ਫਰਮਾਇਆ ਹੈ, ਲੋਕਾ ਮਤ ਕੋ ਫੱਕੜ ਪਾਏ, ਲਖ ਮੜਿਆ ਕਰ ਏਕਠੇ, ਏਕ ਰਤੀ ਲੈ ਪਾਹੇ, ਅਸੰਖ ਖਤੇ ਖਿਨ ਬਖਸ਼ਣ ਹਾਰਾ, ਨਾਨਕ ਸਾਹਿਬ ਸਦਾ ਦਇਆਰਾ। ਸਰਬ ਗਿਆਤਾ ਹੋਣ ਕਰਕੇ ਉਸ ਦਾ ਨਿਆਂ ਉਸ ਦੀ ਅਨੰਤ ਵਿਚਾਰਧਾਰਾ ਦੇ ਤੱਕੜ ਤੇ ਤੁਲ ਕੇ ਤਾਰੇਗਾ। ਸਰਬ ਸ਼ਕਤੀਮਾਨ ਹੋਣ ਕਰਕੇ ਉਸ ਦਾ ਬਖਸ਼ਿੰਦ ਪਹਿਲੂ ਵੀ ਆਪਣਾ ਕੰਮ ਕਰਦਾ ਰਹੇਗਾ। ਦੋਹਾਂ ਨਾਲ ਨਿਰਾਸ਼ਾ ਦਿਲ ਨੂੰ ਨੱਪੇਗੀ ਨਹੀਂ। ਆਸਾ ਕਾਇਮ ਰਹੇਗੀ ਤੇ ਮਨ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇਗੀ। ਸ਼ੁਭ ਕਰਮਾਂ ਦਾ ਉਦਮ ਵੀ ਭਰੇਗੀ। ਸਿਫਤ ਸਲਾਹ ਦੀ ਟੇਕ ਅੰਦਰ ਵੱਜੇਗੀ। ਨਾਮ ਦੀ ਵਖੇਵ ਦੂਰ ਕਰਨੇ ਵਾਲੀ ਤਾਸੀਰ ਤੇ ਪਿਆਰ ਤਾਸੀਰ ਹੁਕਮ ਵਿੱਚ ਟਿਕਾ ਦੇਵੇਗੀ। ਹੁਕਮ ਵੱਜਣ ਦਾ ਵਸੀਲਾ ਵੀ ਨਾਮ ਸੀ। ਕਰਮ ਤੋਂ ਉੱਚਾ ਉੱਠਣ ਦਾ ਵਸੀਲਾ ਵੀ ਨਾਮ ਹੈ, ਜੋ ਆਪ ਨੇ ਸਾਫ਼ ਦੱਸ ਦਿੱਤਾ ਹੈ। ਕਰਮ ਧਰਮ ਪ੍ਰਭ ਮੇਰੇ ਕੀਏ, ਨਾਮ ਵਡਾਈ ਸਿਰ ਕਰਮਾਂ ਕੀਏ। ਨਾਮ ਨੇ ਕਰਮਾਂ ਉੱਪਰ ਹੋ ਕੇ ਕਰਮ ਨੂੰ ਕੱਟਣ ਦੀ ਜਾਚ ਦੱਸ ਦਿੱਤੀ। ਫਿਰ ਨਾਮ ਵਾਲਾ ਨਾਮੀ ਤੇ ਟੇਕ ਧਾਰਦਾ ਬਖਸ਼ਿਸ਼ ਦਾ ਉਮੀਦਵਾਰ ਹੋ ਜਾਂਦਾ ਹੈ। ਤੂੰ ਬਖਸ਼ੈ ਤਾਂ ਮੇਲ ਲਹੈ, ਨਾਨਕ ਬਲ ਜਾਓ। ਇਉਂ ਬਖਸ਼ਿਸ਼ ਦੇ ਤਕੀਏ ਲੱਗ ਕੇ ਚੜ੍ਹਦੀਆਂ ਕਲਾ ਆਉਂਦੀਆਂ ਹਨ। ਇਸ ਤਰ੍ਹਾਂ ਹੁਕਮ ਸਮਝਣ ਨਾਲ ਜੀਵਨ ਸੁਖੀ ਹੋ ਜਾਂਦਾ ਹੈ ਤੇ ਪਰਲੋਕ ਵੀ ਸੰਵਰ ਜਾਂਦਾ ਹੈ। ਹੁਕਮੇ ਬੁੱਝ ਨਿਹਾਲ ਸੁਖ ਸੁਖੇਟਿਆ, ਹੁਕਮੈ ਬੁੱਝ ਨਿਹਾਲ ਖਸਮ ਫੁਰਮਾਇਆ। ਨਿਰੁਕਤ ਹੁਕਮ ਦਾ ਭਾਵ ਹੈ ਆਗਿਆ। ਆਪਣੀ ਮਰਜ਼ੀ ਜੋ ਦੂਸਰੇ ਨੂੰ ਮਨਾਈ ਜਾਵੇ, ਉਹ ਮਰਜ਼ੀ ਜੋ ਅਕਾਲ ਪੁਰਖ ਵਿੱਚ ਨਿਵਾਸ ਰੱਖਦੀ ਹੈ, ਜੋ ਉਸ ਦੇ ਦੇਸ਼ ਕਾਲ ਰਹਿਤ ਸਰੂਪ ਵਾਂਗੂ ਦੇਸ਼ ਕਾਲ ਰਹਿਤ ਹੈ। ਸਾਡੀ ਮਰਜ਼ੀ ਜੋ ਦੇਸ਼ ਕਾਲ ਵਾਲੇ ਹਾਂ ਦੇਸ਼ ਵਾਲੀ ਹੈ, ਪਰ ਉਸ ਦੀ ਦੇਸ਼ ਕਾਲ ਰਹਿਤ ਦੇ ਆਦੇਸ਼ ਅਕਾਲਕ ਚੇਤਨ ਸਤਾ ਵਿੱਚ ਜੋ ਉਥੋਂ ਦੀ ਆਪਣੀ ਇੱਛਾ ਹੈ, ਉਸ ਨੂੰ ਹੁਕਮ ਕਿਹਾ ਹੈ। ਇਹ ਹੁਕਮ ਉਸ ਦੇ ਸਰੂਪ ਵਾਂਗੂ ਅਕਹਿ ਆਖਿਆ ਜਾਂਦਾ ਹੈ। ਹੁਕਮ ਨਾ ਕਹਿਆ ਜਾਈ, ਇਹ ਹੁਕਮ ਪਾਰ ਬ੍ਰਹਮ ਦੀ ਚੇਤਨ ਸਤਾ ਦਾ ਉਹ ਰੰਗ ਹੈ ਜਿਸ ਤੋਂ ਜਗਤ ਦੀ ਉਤਪਤੀ ਪਾਲਣਾ ਆਦਿ ਹੁੰਦੀ ਹੈ।
ਹੁਕਮੀ ਹੋਵਨ ਆਕਾਰ। ਇਹ ਹੁਕਮ ਉਸ ਦੀ ਇੱਛਾ, ਕਾਨੂੰਨ, ਸ਼ਬਦ, ਕਈ ਪਦਾਂ ਨਾਲ ਟੀਕਾ ਹੋ ਸਕਦਾ ਹੈ, ਪਰ ਇਹ ਜੋ ਕੁਛ ਹੈ ਸਾਡੇ ਦੇਸ਼ ਕਾਲ ਵਾਲੀ ਇੱਛਾ, ਕਾਨੂੰਨ, ਸ਼ਬਦ, ਹੁਕਮ ਨਾਲ ਸਦਰਸ਼ਤਾ ਨਹੀਂ ਰੱਖਦਾ। ਇਸ ਲਈ ਇਹ ਵਿਕਾਰ ਨਹੀਂ। ਆਕਾਰ, ਆਕਾਰ ਦਾ ਭਾਵ ਹੈ ਜਿਵੇਂ ਪਸ਼ੂ ਅਰ ਮਨੁੱਖ ਤੇ ਪਦਾਰਥਾਂ ਆਦਿ ਦੀਆਂ ਦੇਹਾਂ, ਸੂਰਤਾਂ, ਸਰੂਪ, ਵਜੂਦ ਆਦਿਕ। ਜੀਅ, ਸੰਸਕ੍ਰਿਤੀ ਵਿੱਚ ਜੀਵ, ਪੰਜਾਬੀ ਵਿੱਚ ਜੀਅ, ਜਾਨਦਾਰ, ਜਾਣ ਵਾਲਾ ਜੀਵ। ਬਖਸ਼ੀਸ, ਫਾਰਸੀ ਭਾਸ਼ਾ ਦਾ ਸ਼ਬਦ ਹੈ ਬਖਸ਼ਿਸ਼, ਪੰਜਾਬੀ ਵਿੱਚ ਇਸ ਨੂੰ ਬਖਸ਼ੀਸ ਕਹਿੰਦੇ ਹਨ, ਭਾਵ ਦਾਤ। ਹਉਮੈ, ਹਉਮੈ ਦਾ ਅਰਥ ਹੈ ਮੈਂ ਪਣੇ ਦਾ ਭਾਵ ਜੋ ਅੰਦਰ ਸਥੂਲ ਰੂਪ ਧਾਰ ਲਵੇ। ਮੈਂ ਜਦ ਮੈਂ ਨਹੀਂ ਵੱਲ ਜਾਂਦੀ ਹੈ ਤਾਂ ਆਪਾ ਨਿਵਾਰਦੀ ਹੈ। ਮੈਂ ਜਦ ਹਉ ਵੱਲ ਝੁਕਦੀ ਹੈ, ਹਉ ਵਿੱਚ ਦ੍ਰਿੜ ਹੋ ਜਾਂਦੀ ਹੈ, ਤਦ ਆਪਾ ਦ੍ਰਿੜ ਕਰਦੀ ਹੈ। ਇਸ ਭਾਵ ਤੋਂ ਮੋਹ ਮਾਇਆ ਵਿੱਚ ਫਸਦੀ ਹੈ। ਇਹ ਹਉਮੈ ਹੈ ਹੰਕਾਰ, ਅਭਿਮਾਨ, ਜੋ ਸਤਿਗੁਰਾਂ ਨੇ ਦੀਰਘ ਰੋਗ ਗਿਣਿਆ ਹੈ। ਹਉਮੈ ਦੀਰਘ ਰੋਗ ਹੈ।